फाइब्रोसिस मीन कि वो एरिया थिक हो जाता है, जिस वक्त तो थिक हो गया तो एब्जॉर्प्शन फिर उन्हें घटा देनी है। अच्छा, जिस वक्त एब्जॉर्प्शन घट जानी है विलाई की डेवलपमेंट घट गई, फिनिशर फेज से जाके इनिशियल फेज से डेवलपमेंट हुई विलाई की, फिनिशर फेज से जाके उन्हें मैक्सिमम कन्वर्शन देनी, क्योंकि उत्थे फीड इनटेक मैक्सिमम होनी है। अच्छा, अगर विलाई की डेवलपमेंट नहीं अच्छी हो सकी, कन्वर्शन फेज से सब तो ज्यादा लॉस होएगा कि उत्थे कन्वर्शन एब्जॉर्प्शन जो घट होएगी, थोड़ी एफसीआर खराब हो जाएगी। इसलिए उन्होंने जो सेंटेंस बोलिया सी ना कि फर्स्ट 7 वीक्स 7 डेज आर हाईली क्रिटिकल इन द लाइफ ऑफ द हिस्ट्री। हुण कुछ मिनरल जिहड़े अगर नहीं एब्जॉर्ब होंदे, घट होंदे ने, सपोज मैंगनीज है जिहड़ा बहुत घट एब्जॉर्ब होंदा, मुश्किल नाल, बल्कि कुछ कंपनियां ने तो ऑर्गैनिक मिनरल यूज करने शुरू करते कि और इन ऑर्गैनिक मिनरल जिहड़े ने एब्जॉर्ब घट होंदे ने। दूसरा ये प्रॉब्लम है कि इनऑर्गैनिक मिनरल जिहड़े ने ਜਦੋਂ ਇਹਨਾਂ ਦੀ ਡੋਜ਼ ਜ਼ਿਆਦਾ ਦਿੰਨੇ ਆ ਅਸੀਂ, ਇਹਨਾਂ ਦਾ ਆਪਸ ਚ ਐਬਜ਼ੌਰਪਸ਼ਨ ਐਂਟਾਗੋਨਿਜ਼ਮ ਹੈ, ਇੱਕ ਮਿਨਰਲ ਜ਼ਿਆਦਾ ਦੇ ਦਿੱਤਾ ਦੂਸਰਾ ਮਿਨਰਲ ਐਬਜ਼ੌਰਬ ਨਹੀਂ ਹੋਏਗਾ, ਘੱਟ ਹੈ। ਇਨ ਸ਼ਾਰਟ ਬਲੱਡ ਦੇ ਅੰਦਰ ਵਾਈਟਲ ਐਲੀਮੈਂਟਸ ਦੀ ਡੈਫੀਸ਼ੀਐਂਸੀ ਆ ਜਾਏਗੀ। ਮਸਲਨ ਮੈਗਨੀਜ਼ ਹੈ, ਮੈਗਨੀਜ਼ ਦੀ ਅਗਰ ਕਮੀ ਆ ਗਈ, ਹੁਣ ਮੈਗਨੀਜ਼ ਇੱਕ ਬੇਸਿਕ ਪਾਰਟ ਆਫ ਮੈਗਨੀਜ਼ ਸੁਪਰ ਆਕਸਾਈਡ ਡਿਸਮਿਊਟੇਜ਼, ਜਿਹੜਾ ਕਿ ਐਂਡ ਤੇ ਆ ਕੇ ਅਸੀਂ ਕੀ ਕਰਨੇ ਆ, ਮਹਿਸੂਸ ਕਰ ਰਹੇ ਹਾਂ ਕਿ ਮੁਰਗੀਆਂ ਦੀ ਚਰਬੀ ਪੀਲੀ ਹੋ ਗਈ, ਲੀਵਰ ਪੀਲੇ ਹੋ ਗਏ, ਫੈਟੀ ਡੀਜਨਰੇਸ਼ਨ ਹੋ ਗਈ, ਫੈਟੀ ਲੀਵਰ ਆ ਗਿਆ, ਫੌਰਨ ਅਸੀਂ ਕਹਿੰਦੇ ਯਾਰ ਟੌਕਸਿਨ ਆ ਗਿਆ। ਹੁਣ ਜਿਸ ਬਰਡ ਨੂੰ ਅਸੀਂ ਸ਼ੁਰੂ ਦੇ ਵਿੱਚ ਐਬਜ਼ੌਰਪਟਿਵ ਏਰੀਆ ਇਨਕਰੀਜ਼ ਕਰ ਲਿਆ, ਮੈਗਨੀਜ਼ ਜਾਂ ਸੈਲੀਨੀਅਮ ਜਿਹੜੇ ਕਿ ਬਹੁਤ ਮੁਸ਼ਕਲ ਨਾਲ ਐਬਜ਼ੌਰਬ ਹੁੰਦੇ ਨੇ, ਉਹ ਪ੍ਰੋਪਰਲੀ ਐਬਜ਼ੌਰਬ ਕਰਵਾ ਲਏ, ਬਲੱਡ ਦੇ ਅੰਦਰ ਉਹਨਾਂ ਦਾ ਲੈਵਲ ਮੇਨਟੇਨ ਹੈ, ਉਹਨਾਂ ਨੇ ਆਪਣੇ ਐਨਜ਼ਾਈਮ ਜਿਹੜੇ ਬੰਨੇ ਨੇ ਅਗੇਂਸਟ ਦੀ ਰਿਐਕਟਿਵ ਰੈਡੀਕਲ ਮੈਕਸਿਮਮ ਬਣਨਗੇ, ਔਰ ਉਹਨਾਂ ਨੇ ਖੁਦ ਹੀ ਫਾਈਟ ਕਰ ਲੈਣੀ ਹੈ, ਤੁਹਾਨੂੰ ਫੈਟੀ ਡੀਜਨਰੇਸ਼ਨ ਨਹੀਂ ਨਜ਼ਰ ਆਏਗੀ ਬਲੱਡ ਦੇ ਅੰਦਰ। ਹੁਣ ਕੀ ਹੁੰਦਾ, ਉਹੀ ਫੀਡ ਇੱਕ ਫਾਰਮ ਤੇ ਚੱਲ ਰਹੀ ਹੁੰਦੀ ਆ, ਦੂਸਰੇ ਫਾਰਮ ਤੇ ਵੀ ਉਹੀ ਫੀਡ ਚੱਲ ਰਹੀ ਹੁੰਦੀ, ਇੱਕ ਫਾਰਮ ਤੇ ਵੀ ਉਹੀ ਚੂਜ਼ਾ, ਦੂਸਰੇ ਫਾਰਮ ਤੇ ਵੀ ਉਹੀ। ਪਹਿਲੇ ਫਾਰਮ ਤੇ ਅਸੀਂ ਮੈਨੇਜਮੈਂਟਲ ਪ੍ਰੈਕਟਿਸਿਸ ਦੀ ਵਜ੍ਹਾ ਤੋਂ ਹੋਇਆ ਇਹ ਕਿ ਫਸਟ 7 ਡੇਜ਼ ਜਿਹੜੇ ਨੇ ਉਹਨਾਂ 'ਚ ਅਸੀਂ ਵਿਲਾਈ ਦੀ ਡਿਵੈਲਪਮੈਂਟ ਪ੍ਰੋਪਰ ਨਹੀਂ ਕਰ ਸਕੇ। ਐਂਡ ਤੇ ਕੀ ਹੋਏਗਾ, ਇੱਕ ਸ਼ੈਡ ਤੇ ਫੈਟੀ ਲੀਵਰ ਸਿੰਡਰੋਮ ਆ ਰਿਹਾ ਵਾ, ਦੂਸਰੇ ਤੇ ਨਹੀਂ ਆ ਰਿਹਾ, ਔਰ ਫੈਟੀ ਲੀਵਰ ਸਿੰਡਰੋਮ ਦੇ ਨਾਲ ਬਹੁਤ ਜ਼ਿਆਦਾ ਮੋਰਟੈਲਿਟੀ ਹੁੰਦੀ ਹੈ। ਮਸਲਾ ਕੀ ਹੈ, ਕਿਉਂਕਿ ਉੱਥੇ ਅਬਜ਼ੌਰਪਸ਼ਨ ਜਿਹਦੇ 'ਚ ਵਿਲਾਈ ਦੀ ਡਿਵੈਲਪਮੈਂਟ ਅੱਛੀ ਕਰ ਲਈ ਹੈ, ਉਹਦੇ 'ਚ ਵਾਈਟਲ ਐਲੀਮੈਂਟਸ ਉਹਦੇ ਬਲੱਡ 'ਚ ਮੈਕਸਿਮਮ ਨੇ, ਔਰ ਉਹ ਜੋ ਐਨਜ਼ਾਈਮ ਚਾਹੀਦੇ ਨੇ ਪ੍ਰੋਪਰ ਬਣ ਰਹੇ ਨੇ, ਉਹ ਫਾਈਟ ਕਰ ਰਹੇ ਨੇ, ਕਿਉਂਕਿ ਰੈਗੂਲਰ ਰਿਐਕਟਿਵ ਇਲੈਕਟ੍ਰੋਨ ਜਨਰੇਟ ਹੋ ਰਹੇ ਹੁੰਦੇ ਨੇ, ਔਰ ਰੈਗੂਲਰ ਬੇਸਿਸ ਤੇ ਉਹਨਾਂ ਨੂੰ ਡੀਐਕਟੀਵੇਟ ਕਰ ਰਹੇ ਹੁੰਦੇ ਨੇ ਤੁਹਾਡੇ ਐਨਜ਼ਾਈਮਸ। ਇਹ ਇੱਕ ਪਹਿਲੂ ਆ ਗਿਆ। ਡਾਕਟਰ ਜੀ ਦੀ ਯੂਨੀਫਾਰਮਿਟੀ ਹੈਗੀ ਹੈ ਉਹ, ਹਾਂ ਯੂਨੀਫਾਰਮਿਟੀ ਦੇ ਫਸਟ ਵੀਕ ਹਾਈਲੀ ਇੰਪੋਰਟੈਂਟ ਹੈ। ਕਿੱਦਾਂ ਲੈਣੀ ਹੈ? ਨੰਬਰ 1 ਤੇ ਫਿਰ ਮੈਂ ਕਹਾਂਗਾ ਸਭ ਤੋਂ ਪਹਿਲਾ ਇੰਪੋਰਟੈਂਟ ਇੰਪੈਕਟ ਇਹੀ ਹੈ ਕਿ ਆਂਦਿਆਂ ਨਾਲ ਹੀ ਚੂਜ਼ੇ ਨੂੰ ਉਹਦੇ ਫੀਡ ਮੂੰਹ 'ਚ ਪੈ ਜਾਵੇ, ਜਿੰਨੀ ਜਲਦੀ ਹੋ ਸਕੇ ਡਿਲੇ ਨਹੀਂ ਹੋਣਾ ਚਾਹੀਦਾ। ਤੁਸੀਂ ਅਕਸਰ ਦੇਖਿਆ ਹੋਣਾ ਚੂਜ਼ਾ ਗਰੋਥ ਨਹੀਂ ਕਰਦਾ, ਸਫੇਸ ਜੇ ਪਰ ਕੱਢ ਲੈ ਚੂਜ਼ੇ, ਡਾਕਟਰ ਸੀਨੀਅਰ ਡਾਕਟਰਸ ਨੇ ਦੇਖਦਿਆਂ ਨਾਲ ਹੀ ਕਹਿ ਦੇਣਾ ਕਿ ਯਾਰ ਇਹ ਚੂਜ਼ਾ ਹੋਲਡ ਹੋਇਆ ਹੈ। ਹੁਣ ਹੋਲਡ ਹੋਣ ਦੇ ਨਾਲ ਕੀ ਨੁਕਸਾਨ ਹੁੰਦਾ, ਬੇਸਿਕਲੀ ਉੱਥੇ ਮਾਹੌਲ ਅੱਛਾ ਹੁੰਦਾ, ਸਾਡੇ ਫਾਰਮ ਨਾਲੋਂ ਅੱਛਾ ਅਕੋਮੋਡੇਟਿਵ ਮਾਹੌਲ ਹੁੰਦਾ, ਲੇਕਿਨ ਡਿਫਰੈਂਸ ਕੀ ਆਉਂਦਾ ਜੇ ਕਿ 24 ਘੰਟੇ ਉਹਨੂੰ ਫੀਡ ਨਹੀਂ ਮਿਲਦੀ, ਉਹਨਾਂ ਦੀ ਵਿਲਾਈ ਦੀ ਡਿਵੈਲਪਮੈਂਟ ਨਹੀਂ ਹੁੰਦੀ, ਉਹ ਤੁਸੀਂ ਐਂਡ ਤੱਕ ਜਿੰਨਾ ਮਰਜ਼ੀ ਜ਼ੋਰ ਲਾ ਲਓ, ਇੱਕ ਦਿਨ ਦਾ ਹੋਲਡ ਹੋਇਆ ਚੂਜ਼ਾ ਰਿਕੁਆਇਰਡ ਟਾਰਗੇਟ ਪੂਰਾ ਨਹੀਂ ਕਰੇਗਾ। ਉਹਦੀ ਵਜ੍ਹਾ ਇਹ ਹੀ ਹੁੰਦੀ ਕਿ ਵਿਲਾਈ ਦੀ ਡਿਵੈਲਪਮੈਂਟ ਨਹੀਂ ਹੋਈ। ਸਪੋਜ਼ ਦੇ ਫਸਟ ਵੀਕ ਦੇ ਅੰਦਰ ਅਸੀਂ ਉਹਨੂੰ ਮਾਹੌਲ ਅੱਛਾ ਨਹੀਂ ਦਿੱਤਾ ਬਰਡ ਨੂੰ, ਯਾਨੀ ਟਾਰਗੇਟ ਅਸੀਂ ਵਿਲਾਈ ਦੀ ਡਿਵੈਲਪਮੈਂਟ ਪ੍ਰੋਪਰ ਨਹੀਂ ਕਰ ਸਕੇ, ਐਬਜ਼ੌਰਪਟਿਵ ਏਰੀਆ ਕਮ ਰਹਿ ਗਿਆ। ਜਿਸ ਵਕਤ ਐਬਜ਼ੌਰਪਟਿਵ ਏਰੀਆ ਘੱਟ ਰਹਿ ਗਿਆ,
ਜਿੰਨੇ ਵੀ ਨਿਊਟ੍ਰੀਐਂਟਸ ਨੇ ਉਹਨਾਂ ਦੇ ਅਸੀਂ ਮੈਕਸਿਮਮ ਫੀਡ ਤੇ ਖਿਲਾ ਦਿੱਤੀ ਬਰਡ ਨੂੰ, absorption नहीं जा ਉਹਨੇ ਡਾਈਜੈਸ਼ਨ ਵੀ ਕਰ ਲਈ, ਡਾਈਜੈਸ਼ਨ ਤੋਂ ਬਾਅਦ ਐਬਜ਼ੌਰਪਸ਼ਨ ਨਹੀਂ ਹੋਈ। ਅੱਛਾ, ਜਿਸ ਵਕਤ ਐਬਜ਼ੌਰਪਸ਼ਨ ਪ੍ਰੋਪਰ ਨਹੀਂ ਹੋਈ, ਕੁਛ ਨਿਊਟ੍ਰੀਐਂਟਸ ਰਹਿ ਗਏ ਨੇ ਇੰਟੈਸਟਾਈਨ 'ਚ, ਡਿਊ ਟਾਈਮ ਦੇ ਵਿੱਚ ਐਬਜ਼ੌਰਬ ਨਹੀਂ ਹੋਏ। ਇੱਕ ਹੋਰ ਮੈਡੀਸਨ ਦੀ ਬੁੱਕ ਦੇ ਵਿੱਚ ਕਨਫਰਮ ਇੱਕ ਸੈਂਟੈਂਸ ਹੈ, ਡਾਈਟਰੀ ਡਾਇਰੀਆ ਲੀਡਸ ਇਨਫੈਕਸ਼ੀਅਸ ਡਾਇਰੀਆ। ਉਹ ਜਿਹੜੇ ਨਿਊਟ੍ਰੀਐਂਟਸ ਇੰਟੈਸਟਾਈਨ ਦੇ ਵਿੱਚ ਰਹਿ ਜਾਣਗੇ, ਐਬਜ਼ੌਰਬ ਨਹੀਂ ਹੋਣਗੇ, ਉਹ ਮੀਡੀਆ ਪ੍ਰੋਵਾਈਡ ਕਰਨਗੇ ਬੈਕਟੀਰੀਅਲ ਗਰੋਥ ਵਾਸਤੇ, oh ਕਿਉਂਕਿ ਬੈਕਟੀਰੀਆ ਜਿਹੜੇ ਨੇ ਆਲਵੇਜ਼ ਤੁਹਾਡੇ ਇੰਟੈਸਟਾਈਨ 'ਚ ਮੌਜੂਦ ਹੁੰਦੇ ਨੇ, ਨਾਰਮਲ ਇਨਹੈਬਿਟੈਂਟ ਨੇ। ਅੱਛਾ, ਇੱਕ ਤੇ ਉੱਥੇ ਤੁਹਾਨੂੰ ਐਂਟਰਾਈਟਸ ਰੈਗੂਲਰ ਹੋ ਜਾਏਗੀ, ਬਰਡ ਨੂੰ ਐਂਟਰਾਈਟਸ ਹੋ ਗਈ। ਅੱਛਾ, ਹੁਣ ਐਂਟਰਾਈਟਸ ਫਰਦਰ ਕੀ ਕੰਮ ਕਰੇਗੀ? ਕਾਫੀ ਐਕਸਪੈਰੀਮੈਂਟ ਹੋਏ ਨੇ, ਐਜ਼ अर्ਲੀ ਐਜ਼ ਪੋਸੀਬਲ ਜਿਸ ਬਰਡ ਦੇ ਇਨਟੇਕ ਹੋ ਜਾਏਗੀ ਨਾ, ਉਹਦੀ ਵਿਲਾਈ ਦੀ ਡਿਵੈਲਪਮੈਂਟ ਮੈਕਸਿਮਮ ਹੋ ਜਾਏਗੀ। ਹਾਂ, ਕੁਛ ਰਿਵਿਊ ਇਹ ਇੰਡੀਕੇਟ ਕਰਦੇ ਨੇ ਕਿ ਜ਼ਿਆਦਾ ਅਮਾਈਨੋ ਐਸਿਡਸ ਜਿਹੜੇ ਨੇ, ਫਸਟ ਜਿਹੜੀ ਪ੍ਰੇਕਾ ਫੀਡ ਦੀ, ਉਹ ਵਿਲਾਈ ਦੀ ਡਿਵੈਲਪਮੈਂਟ ਨੂੰ ਰੋਕਦੇ ਨੇ, ਮਿਨੀਮਾਈਜ਼ ਕਰ, ਯਾਨੀ ਕਿ ਫੇਵਰੇਬਲ ਨਹੀਂ ਹੈ। ਇਸੇ ਲਈ ਪੁਰਾਣੇ ਦੌਰ 'ਚ ਤੁਸੀਂ ਦੇਖਿਆ ਹੋਏਗਾ, ਪਹਿਲੇ ਗ੍ਰਾਈਂਡ ਕਰਕੇ ਮਕਈ ਡਾਲੀ ਜਾਂਦੀ ਸੀ, हाँ बड़ा रिवाज ਕਿਉਂਕਿ ਅਮਾਈਨੋ ਐਸਿਡਸ ਮਕਈ 'ਚ ਬਹੁਤ ਕਮ ਨੇ। ਫੀਡ ਜਿਹੜੀ ਕੰਪੈਕਟ ਹੈ, ਇਹਦੇ 'ਚ ਅਮਾਈਨੋ ਐਸਿਡ ਬਹੁਤ ਜ਼ਿਆਦਾ ਨੇ। ਦੂਸਰਾ ਇੱਕ ਹੋਰ ਆ ਗਿਆ, FCR ਦੇ ਇੰਪੈਕਟ ਦੇਣ ਵਾਸਤੇ ਸਾਰੀਆਂ ਫੀਡਾਂ ਨੇ ਕੰਪੀਟੀਸ਼ਨ 'ਚ ਆ ਕੇ ਕੋਸ਼ਿਸ਼ ਟਾਰਗੇਟ ਇਹ ਕਰ ਲਿਆ ਕਿ ਅਸੀਂ 200 ਗ੍ਰਾਮ ਦੇਈਏ, ਔਰ ਫਾਰਮਰ ਵੀ ਕੀ ਕਰਦਾ ਜੀ, ਯਾਰ ਸਾਨੂੰ 205 ਗ੍ਰਾਮ ਆਵੇ ਪਹਿਲੇ ਹਫਤੇ ਦਾ ਟਾਰਗੇਟ ਵੇਟ। ਹੁਣ ਉਹ ਟਾਰਗੇਟ ਵੇਟ ਜਿਹੜਾ ਅਮਾਈਨੋ ਐਸਿਡ ਮੈਕਸੀਮਾਈਜ਼ ਕਰਕੇ ਅਸੀਂ ਉਹ ਤੇ ਲੈ ਲੈਂਦੇ ਹਾਂ, ਲੇਕਿਨ ਦੂਸਰਾ ਇੰਪੈਕਟ ਜਿਹੜਾ ਨਾ, ਵਿਲਾਈ ਦੀ ਗਰੋਥ ਅਸੀਂ ਪ੍ਰੋਪਰ ਨਹੀਂ ਲੈ ਸਕਦੇ, ਜਿਹੜੀ ਕਿ ਲਾਸਟ 2 ਵੀਕਸ ਜਾ ਕੇ ਉਹਨੇ ਅਫੈਕਟ ਕਰਨਾ ਹੁੰਦੀ ਹੈ। FCR ਅਕਸਰ ਦੇਖਿਆ ਹੋਏਗਾ ਤੁਸੀਂ ਕਿ ਪਹਿਲੇ ਹਫਤੇ ਦਾ ਵਜ਼ਨ 160 ਗ੍ਰਾਮ, ਵਰਨਾ ਇੱਕ ਬੇਸਿਕ ਥਿਊਰੀ ਤੇ ਇਹ ਕਹਿੰਦੀ ਹੈ ਕਿ ਜਿੰਨਾ ਚੂਜ਼ੇ ਦਾ ਪਹਿਲੇ ਹਫਤੇ ਦਾ ਵਜ਼ਨ ਆ, ਉਹਨੂੰ 5 ਨਾਲ ਮਲਟੀਪਲਾਈ ਕਰ ਦਿਓ, ਉਸ ਹਿਸਾਬ ਨਾਲ ਉਹਨੇ ਵਜ਼ਨ ਗੇਨ ਕਰਨਾ। ਲੇਕਿਨ ਕਈ ਦਫਾ ਫੀਲਡ ਪ੍ਰੈਕਟਿਸ में देखा, पहले हफ्ते का वजन 170 ग्राम, लेकिन बर्ड की यूनीफॉर्मिटी है प्रॉपर। उन्हें एंड पे आ के FCR दूसरे ने अगर 33 की है, उन्हें 35 की, अगर उन्हें 32 की 2 किलो FCR ज़्यादा कर, मे भी यही वजह हो कि ਉਹਦੇ ਵਿਲਾਈ ਦੀ ਡਿਵੈਲਪਮੈਂਟ ਅੱਛੀ ਹੋ। मतलब नटशेल ये है कि 200 ग्राम वजन इतना इंपॉर्टेंट नहीं है जितना यूनिफॉर्मिटी गट डेवलपमेंट गट ਦੀ ਜਿਹੜੀ ਅੱਛੀ ਡਿਵੈਲਪਮੈਂਟ ਜਿਹੜੀ मतलब वजन बेशक 180 ग्राम आ जावे, लेकिन बर्ड ਦੀ यूनिफॉर्मिटी ਹਾਂ ਐਂਡ ਤੇ ਕਰ ਲਾਂਗੇ। ਲਿਖੀ ਚਲੋ ਪੁੱਛਣਾ ਸੀ ਕਿ ਇਹਦੇ ਸਰ ਅੱਛੀ ਬਲਾਈ ਦੀ ਡਿਵੈਲਪਮੈਂਟ ਦੀ ਇੰਡੀਕੇਸ਼ਨ ਕਿਸ ਤਰ੍ਹਾਂ ਹੋਏਗੀ ਬਲਾਕ ਦੇ ਅੰਦਰ, ਅਸੀਂ ਕਿਸ ਤਰ੍ਹਾਂ यूनिफॉर्मिटी ਦਾ ਮਤਲਬ ਹੈ ਕਿ ਬਰਡ ਸਾਰੇ ਇੱਕੋ ਜਿਹੇ ਨੇ। ਹਾਂ, ਉਹਦੀ ਦੂਸਰੀ ਇੰਡੀਕੇਸ਼ਨ ਕੀ ਹੋਏਗੀ, ਤੁਸੀਂ ਦੂਸਰੇ ਹਫਤੇ 'ਚ ਡ੍ਰੌਪਿੰਗ ਦੇਖੋਗੇ ਨਾ ਬਰਡ ਦੀ, ਉਹਦੇ 'ਚ ਅਨਡਾਈਜੈਸਟਡ ਪਾਰਟ ਨਹੀਂ ਆਏਗਾ ਫਸਟ ਵੀਕ, ਕਿਉਂਕਿ ਪਹਿਲੇ 24 ਘੰਟੇ ਤੇ ਉਹਨੇ ਪਤਲੀ ਵਿਟ ਕਰਨੀ ਹੈ ਜੀ, ਅਕਸਰ ਦੇਖਿਆ ਜਾਏਗਾ 24 ਘੰਟੇ ਤੋਂ ਬਾਅਦ ਸੋਲੀਡੀਫਾਈਡ ਹੁੰਦੀ ਹੈ ਛੋਟੀ। ਉਸ ਤੋਂ ਬਾਅਦ ਤੁਸੀਂ ਥਰੂ ਆਊਟ ਦੀ ਲਾਈਫ ਤੁਹਾਨੂੰ ਅਨਡਾਈਜੈਸਟਡ ਪਾਰਟ ਨਹੀਂ ਨਜ਼ਰ ਆਏਗਾ। ਇਹਦਾ ਡਾਕਟਰ ਦੀ ਕੁਐਸਚਨ ਹੈ ਕਿ ਅਸੀਂ ਫੀਡਿੰਗ ਤੋਂ ਕਿੰਨੀ ਦੇਰ ਬਾਅਦ ਡ੍ਰੌਪਿੰਗ ਚੈੱਕ ਕਰੀਏ ਕਿ ਸਾਨੂੰ ਟੂ ਰਿਪਰੈਜ਼ੈਂਟੇਸ਼ਨ ਵੀ ਆਏ, ਅਸਾਂ ਫੀਡ ਖਿਲਾ ਕੇ ਕਿੰਨੀ ਦੇਰ ਬਾਅਦ ਫੀਡ ਉਹ ਡ੍ਰੌਪਿੰਗ ਨਹੀਂ ਆਉਂਦੀ, ਲੂਜ਼ ਡ੍ਰੌਪਿੰਗ ਆ ਰਹੀ ਹੁੰਦੀ ਹੈ ਐਂਡ ਤੇ ਜਾ ਕੇ ਭੁੱਖ ਦੇ ਵਿੱਚ ਬਰਡ ਕਰਦਾ। ਆਮ ਤੌਰ ਤੇ ਜਿਹੜਾ ਮੈਂ ਫਾਰਮ ਦੇ ਅੰਦਰ ਦੇਖਿਆ, ਫੀਡ ਚਲਾਉਣ ਤੋਂ ਮੈਕਸਿਮਮ 3 ਤੋਂ 4 ਘੰਟੇ ਬਾਅਦ ਡ੍ਰੌਪਿੰਗ ਬਿਹਤਰੀਨ ਹੋ ਜਾਂਦੀ ਹੈ। ਅਗਰ ਹਲਕੀ ਫੁਲਕੀ ਲੂਜ਼ ਹੁੰਦੀ ਵੀ ਆ, ਉਹ ਠੀਕ ਹੋ ਜਾਂਦੀ ਹੈ। ਦੂਸਰਾ, ਸ਼ੁਰੂ ਵਿੱਚ ਇੱਕ ਪ੍ਰੈਕਟਿਸ ਚੱਲਦੀ ਹੈ, ਅਕਸਰ ਫਾਰਮਾਂ ਤੇ ਇਲੈਕਟ੍ਰੋਲਾਈਟ ਦੇ ਦਿਓ ਜੀ ਸ਼ੁਰੂ ਦੇ ਦਿਨਾਂ 'ਚ। ਦੇਖੋ ਉਹਦੇ 'ਚ ਬੀਇੰਗ ਅ ਡਾਕਟਰ ਸਾਨੂੰ ਸਾਰੇ ਪੁਆਇੰਟਸ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਹੈ। ਡੀਹਾਈਡਰੇਸ਼ਨ ਨੂੰ ਵੀ ਮੱਦੇਨਜ਼ਰ ਰੱਖੋ। ਇਹ ਚੀਜ਼ ਅਗਰ ਜ਼ਿਆਦਾ ਹੋ ਗਈ, ਸੋਡੀਅਮ ਜਾਂ ਪੋਟਾਸ਼ੀਅਮ ਜਾਂ ਕਲੋਰਾਈਡ, ਕੋਈ ਇੱਕ ਚੀਜ਼ ਜ਼ਿਆਦਾ ਹੋ ਗਈ, ਇੱਕ ਚੀਜ਼ ਘੱਟ ਹੋ ਗਈ, ਇਹਨੇ ਵੀ ਐਬਜ਼ੌਰਪਸ਼ਨ ਨੂੰ ਬਹੁਤ ਜ਼ਿਆਦਾ ਡਿਸਟਰਬ ਕਰਦਾ। ਖਾਸ ਤੌਰ ਤੇ ਸੋਡੀਅਮ ਦਾ ਤੇ ਪੋਟਾਸ਼ੀਅਮ ਦਾ ਬੈਲੈਂਸ। ਅੱਛਾ, ਹੁਣ ਕੀ ਹੈ, ਜਿਸ ਵਕਤ ਕਲੋਰਾਈਡ ਜ਼ਿਆਦਾ ਦੇਵਾਂਗੇ ਨਾ, ਇਹਨੇ ਦੋ ਸਾਈਡ ਇਫੈਕਟਸ ਨੇ। ਨੰਬਰ 1, ਇਹਨੇ ਪੋਟਾਸ਼ੀਅਮ ਨੂੰ ਐਕਸਕ੍ਰੀਟ ਕਰ ਦੇਣਾ। ਨੰਬਰ 2, ਐਕਸਟਰਾ ਕਲੋਰਾਈਡ ਜਿਹੜਾ ਜੇ ਲਾਈਸੀਨ ਨੂੰ ਡੀਗ੍ਰੇਡ ਕਰ ਦੇਗਾ।
ਕੁਝ ਪਾਰਟ ਆਫ ਦੀ ਲਾਈਸਿਨ ਜਿਹੜਾ ਉਹਨੂੰ ਡੀਗ੍ਰੇਡ ਕਰ ਦੇਗਾ। ਲਾਈਸਿਨ ਬਹੁਤ ਇੰਪੋਰਟੈਂਟ ਹੈ। ਅਮਾਈਨੋ ਐਸਿਡ ਸਾਰੇ ਹੀ ਇੰਪੋਰਟੈਂਟ ਆ, ਬਟ ਦੇ ਸ਼ੁੱਡ ਬੀ ਇਨ ਵੈਲ ਬੈਲੈਂਸਡ ਫॉर्म। ਅੱਛਾ, ਇੰਬੈਲੈਂਸ ਅਮਾਈਨੋ ਐਸਿਡ ਇਸ ਤੋਂ ਨਿਕਲਿਆ, ਇੱਕ ਹੋਰ ਟੌਪਿਕ ਨਿਕਲਿਆ ਅਮਾਈਨੋ ਐਸਿਡ ਦਾ ਇੰਬੈਲੈਂਸ ਹੋਣਾ, ਚਾਹੇ ਉਹਦਾ ਲੈਵਲ ਜ਼ਿਆਦਾ ਵੀ ਹੋਵੇ, ਹਾਂ ਬੈਨੀਫਿਟ ਨਹੀਂ, ਨੁਕਸਾਨ ਹੈ, ਬਹੁਤ ਜ਼ਿਆਦਾ ਨੁਕਸਾਨ ਹੈ। ਮਸਲਾ ਕਦੇ ਤੁਸੀਂ ਮਨਾ ਕਰਦੇ ਸੀ ਨਾ ਕਿ ਆਪਣੇ ਤਰਫੋਂ ਸੋਇਆਬੀਨ ਮਿਕਸ ਨਾ ਕਰੋ, ਨਾ ਕਰੋ, ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਫਾਇਦਾ ਹੀ ਨਹੀਂ ਹੋਇਆ। ਨਹੀਂ ਨਾ ਫਾਇਦਾ। 800 ਰੁਪਏ ਖਰਚਾ ਆਇਆ ਆਪਣੀ ਬੋਡੀ। ਅੱਛਾ, ਐਂਟਾਗੋਨਿਜ਼ਮ, ਅਮਾਈਨੋ ਐਸਿਡਸ ਐਂਟਾਗੋਨਿਜ਼ਮ ਥਰੂ ਆਊਟ ਦੀ ਲਾਈਫ ਚੱਲਦਾ ਬਲੱਡ ਦੇ ਅੰਦਰ। ਇੱਕ ਐਬਜ਼ੌਰਪਸ਼ਨ ਐਂਟਾਗੋਨਿਜ਼ਮ ਹੁੰਦਾ, ਇਹਨਾਂ ਨੇ ਐਬਜ਼ੌਰਪਸ਼ਨ ਦੇ ਵਿੱਚ ਇੱਕ ਦੂਸਰੇ ਨਾਲ ਕੰਪੀਟੀਸ਼ਨ ਕਰਨਾ ਹੁੰਦਾ। ਅਗਰ ਇੱਕ ਅਮਾਈਨੋ ਐਸਿਡ ਜ਼ਿਆਦਾ ਉਹਨੇ ਦੂਸਰੇ ਅਮਾਈਨੋ ਐਸਿਡ ਨੂੰ ਐਬਜ਼ੌਰਬ ਨਹੀਂ ਹੋਣਾ, ਕਿਉਂਕਿ ਕੁਝ ਅਮਾਈਨੋ ਐਸਿਡ ਦੀ ਐਬਜ਼ੌਰਪਸ਼ਨ ਸਾਈਟਸ ਸੇਮ ਨੇ। ਅੱਛਾ, ਦੂਸਰਾ ਹੁੰਦਾ ਜਾ ਕੇ ਸੈੱਲ ਦੇ ਅੰਦਰ ਜਾ, ਸਪੈਸ਼ਲੀ ਫਰਸਟ ਵੀਕ, ਉਹਦੇ ਚ ਐਬਜ਼ੌਰਪਸ਼ਨ ਐਂਟਾਗੋਨਿਜ਼ਮ ਹਾਈਲੀ ਪ੍ਰੋਨਾਊਂਸਡ ਹੈ। ਮਸਲਨ ਲਾਈਸਿਨ ਔਰ ਆਰਜੀਨੀਨ ਦੀ ਰੇਸ਼ੋ ਅਗਰ ਇੰਬੈਲੈਂਸ ਹੈ, ਜਾਂ ਉਹਦੇ ਚ ਥ੍ਰੀਓਨੀਨ ਜ਼ਿਆਦਾ ਦੇ ਦਿੱਤਾ ਤੁਸੀਂ ਕਿ ਸ਼ੁਰੂ ਦੇ ਵਿੱਚ ਹੀ ਬ੍ਰੈਸਟ ਯੀਲਡ ਪ੍ਰੋਪਰ ਹੋ ਗਈ, ਮਥਾਇਓਨੀਨ ਜ਼ਿਆਦਾ ਦੇ ਦਿੱਤਾ, ਇਹਦੇ ਨਾਲ ਹੋਏਗਾ ਇਹ ਕਿ ਇੱਕ ਐਂਜ਼ਾਈਮ ਹੈ ਆਰਜੀਨੇਜ਼, ਕਿਡਨੀ ਸੈਲਸ ਤੋਂ ਪ੍ਰੋਡਿਊਸ ਹੁੰਦਾ ਹੈ। ਆਰਜੀਨੇਜ਼ ਐਕਟੀਵਿਟੀ ਇਨਕਰੀਜ਼ ਹੋ ਜਾਂਦੀ ਹੈ। ਆਰਜੀਨੇਜ਼ ਐਂਜ਼ਾਈਮ ਨੇ ਇਹ ਕਰਨਾ ਕਿ ਆਰਜੀਨੀਨ ਨੂੰ ਡੀਗ੍ਰੇਡ ਕਰ ਦੇਣਾ। ਹੁਣ ਆਰਜੀਨੀਨ ਦੇ ਅੱਗੇ ਦੇਖੋ, ਬਾਕੀ ਮਸਲ ਬਿਲਡਿੰਗ ਇਹ ਉਹ ਸਾਰੇ ਇਹ ਤੇ ਮਾਮਲਾਤ ਹੈ ਨਹੀਂ, ਲੇਕਿਨ ਆਰਜੀਨੀਨ ਹਾਈਲੀ ਇੰਪੋਰਟੈਂਟ ਆ ਇਮਿਊਨਿਟੀ ਬਿਲਡਿੰਗ ਵਾਸਤੇ। ਜਿੱਥੇ ਆਰਜੀਨੀਨ ਡੈਫੀਸ਼ੀਐਂਸੀ ਆਈ, ਉੱਥੇ ਇਮਿਊਨੋ ਸਪਰੈਸ਼ਨ ਆਉਣ ਦੇ ਚਾਂਸਸ ਜ਼ਿਆਦਾ। ਇਟ ਮੀਨਸ extra amino acid during the first 2 weeks never be used, ਕਦੀ ਵੀ ਨਾ ਯੂਜ਼ ਕਰੋ। ਹਾਂ, ਅਗਰ ਤੁਹਾਨੂੰ ਮਹਿਸੂਸ ਹੋ ਰਿਹਾ ਕਿ ਇੱਥੇ ਕੋਈ ਇੰਬੈਲੈਂਸ ਹੈ, ਫੀਡ ਮਿਲ ਵਾਲਿਆਂ ਨੂੰ ਤੁਸੀਂ ਕਹੋ ਕਿ ਥੋੜਾ ਅਮਾਈਨੋ ਐਸਿਡ ਇੰਬੈਲੈਂਸ ਚੱਲ ਰਿਹਾ। ਹੁਣ ਅੱਗੇ ਫਿਰ ਇੱਥੋਂ ਟੌਪ ਪੁਆਇੰਟ ਨਿਕਲਿਆ, ਅਮਾਈਨੋ ਐਸਿਡ ਇੰਬੈਲੈਂਸ ਚੱਲ ਰਿਹਾ, ਤੁਸੀਂ ਕਿਸ ਤਰ੍ਹਾਂ ਜੱਜ ਕਰੋਗੇ? ਤੁਸੀਂ ਦੇਖੋ ਵਿੱਠਾਂ ਦੇ ਅੰਦਰ ਇੱਕ ਮੁਨਾਸਬ ਮਿਕਦਾਰ 'ਚ ਯੂਰਿਕ ਐਸਿਡ ਹੁੰਦਾ, ਬਹੁਤ ਜ਼ਿਆਦਾ ਨਹੀਂ ਹੁੰਦਾ। ਹੈਲਦੀ ਬਰਡ 'ਚ ਹਲਕੀ ਜੀ ਵਾਈਟਨੈਸ ਹੁੰਦੀ, ਥੋੜੀ ਜੀ। ਅਗਰ ਵਿੱਠਾਂ ਦੇ ਅੰਦਰ ਵਾਈਟਨੈਸ ਜ਼ਿਆਦਾ ਆ ਜਾਏ, ਯਾਨੀ ਯੂਰਿਕ ਐਸਿਡ ਐਕਸਕ੍ਰੀਸ਼ਨ ਜ਼ਿਆਦਾ ਆ ਰਹੀ ਹੈ, ਵਾਈਟ ਹਿੱਸਾ ਪੋਰਸ਼ਨ ਜ਼ਿਆਦਾ ਹੋ ਜਾਏਗਾ, ਜ਼ਿਆਦਾ ਹੋ ਗਿਆ, ਫੌਰਨ ਦੋ ਚੀਜ਼ਾਂ ਨੂੰ ਮੱਦੇਨਜ਼ਰ ਰੱਖੋ, ਜਾਂ ਤੇ ਅਮਾਈਨੋ ਐਸਿਡ ਇੰਬੈਲੈਂਸ ਨੇ, ਜਾਂ ਉਹਨਾਂ ਨੇ ਪੋਲਟਰੀ ਪ੍ਰੋਟੀਨ ਜ਼ਿਆਦਾ ਪਾਈ ਹੈ, ਇਸ ਵਜ੍ਹਾ ਤੋਂ ਅਮਾਈਨੋ ਐਸਿਡ ਇੰਬੈਲੈਂਸ ਹੋਏ, ਜਾਂ ਬਰਡ ਦੇ ਅੰਦਰ ਸਾਲਮੋਨੈਲਾ ਹੈ। ਵਾਈਟ ਪੋਰਸ਼ਨ ਜ਼ਿਆਦਾ ਹੈ। ਹੁਣ ਇਹਦਾ ਪਾਥਵੇ ਕੀ ਆ ਕਿ ਸਾਲਮੋਨੈਲਾ ਦਾ ਵਾਈਟ ਪੋਰਸ਼ਨ ਯਾਨੀ ਯੂਰਿਕ ਐਸਿਡ ਦੇ ਨਾਲ ਕੀ ਤਲਕ? ਸਵਾਲ ਪੈਦਾ ਹੁੰਦਾ ਕਿ ਯਾਰ ਯੂਰਿਕ ਐਸਿਡ ਜ਼ਿਆਦਾ ਆ ਰਿਹਾ, ਸਾਲਮੋਨੈਲਾ ਦਾ ਕੀ ਇਹਦੇ ਨਾਲ ਤਲਕ? ਬੇਸਿਕਲੀ ਸਾਲਮੋਨੈਲਾ ਦੇ ਜਿਸ ਵਕਤ ਕਲੋਨੀਜ਼ ਬਣਾਉਂਦਾ ਤੇ ਗਰੋਥ ਕਰਦਾ ਨਾ, ਮਲਟੀਪਲਾਈ ਕਰਦਾ, ਦੋ ਕਿਸਮ ਦੇ ਐਂਡੋਟੌਕਸਿਨ ਰਿਲੀਜ਼ ਕਰਦਾ ਹੈ। ਇੱਕ ਹੈ ਟ੍ਰਿਪਟਾਮੀਨ, ਇੱਕ ਹੋਰ ਅਮਾਈਨੋ ਐਸਿਡ ਆ, ਸੌਰੀ ਐਂਡੋਟੌਕਸਿਨ ਨਾਮ ਭੁੱਲ ਗਿਆ। ਇੱਕ ਟ੍ਰਿਪਟਾਮੀਨ, ਹਾਂ ਠੀਕ ਹੈ। ਇੱਕ ਟ੍ਰਿਪਟਾਮੀਨ ਨੇ ਬ੍ਰੇਕ ਡਾਊਨ ਕਰਨਾ ਟ੍ਰਿਪਟੋਫੈਨ, ਟ੍ਰਿਪਟੋਫੈਨ ਨੂੰ ਬ੍ਰੇਕ ਡਾਊਨ ਕਰਨਾ। ਇੱਕ ਹੋਰ ਹੈ ਐਂਡੋਟੌਕਸਿਨ ਜਿਹਨੇ ਕਿ ਲਾਈਸੀਨ ਨੂੰ ਬ੍ਰੇਕ ਡਾਊਨ ਕਰਕੇ ਕੈਡਾਵਰੀਨ ਚ ਚੇਂਜ ਕਰਨਾ। ਦੋਨੋਂ ਅਮਾਈਨਸ ਨੇ, ਅਮਾਈਨੋ ਐਸਿਡ ਤੋਂ ਅਮਾਈਨਸ ਬਣ ਗਏ। लाइसिन तो सर किस चीज़ से कन्वर्ट? कैडावरीन, स्पेलिंग प्लीज। पता नहीं यार, उर्दू में होता है CADAVERIN, कैडावरीन। ये अमाइंस हैं बेटा। अमाइंस जो हैं ये बर्ड के किसी काम में नहीं आती, बल्कि उल्टा बर्ड पे स्ट्रेस देती है, क्योंकि जितनी अमाइंस बनेंगी, जो अमाइनो एसिड प्रॉपरली एब्जॉर्ब हो जाएगा, मसल बिल्डिंग का हिस्सा बन जाएगा, वो तो ठीक है। जो अमाइनो एसिड नाइट्रोजन होती है, किडनी को एक्सक्रीट करना पड़ेगी,
जितनी भी है, किडनी को एक्सक्रीट करने के लिए उसे यूरिक एसिड में कन्वर्ट करना पड़ेगा, निकालने के लिए एक्सक्रीशन के लिए यूरिक एसिड में कन्वर्ट करना पड़ेगा। अच्छा, अब तक जो फाइनल फाइंड आउट हो चुका है, 1 मोल यूरिक एसिड का बनाने के लिए 33 किलो कैलोरी कार्बन, खैर मुझे एग्जैक्ट फिगर नहीं याद, शायद यही है या कोई और फिगर है, किलो कैलोरी रिक्वायर्ड है। यानी वो एनर्जी वेस्ट हो गई 1 मोल कन्वर्ट करने के लिए, 1 मोल यूरिक एसिड का बनाने के लिए। इट मींस कि एक्स्ट्रा प्रोटीन विदाउट बैलेंस अमाइनो एसिड्स आपकी एनर्जी को लूज कर देती है। ਬਾਡੀ ਨੈਗੇਟਿਵ ਬੈਲੈਂਸ ਚ ਆ ਗਈ। बॉडी एनर्जी नेगेटिव बैलेंस चली। ਜਦੋਂ ਆਪਾਂ ਬੀਫ ਖਾਈਦਾ ਹੈ ਨਾ, ਇਹ ਤਾਂ ਮੈਂ ਕਹੀ ਦਵਾ 10 ਮੇਰੀ ਗੱਲ ਹੋਈ ਹੈ ਕਿ ਬੀਫ ਖਾ ਕੇ ਬੰਦਾ ਨੈਗੇਟਿਵ ਵਿੱਚ એનર્ਜੀ ਚ ਆ ਜਾਂਦਾ, नेगेटिव एनर्जी चली, ਕਿਉਂਕਿ ਬਹੁਤ ਜ਼ਿਆਦਾ એનર્ਜੀ ਜਿਹੜੀ ਉਹ ਯੂਰਿਕ ਐਸਿਡ ਬਣਾਉਣ ਚ ਲੱਗ ਜਾਂਦੀ ਹੈ, बनाने चला गया। ਤੇ ਉਹ ਤੁਸੀਂ ਯਾਨੀ ਕਿ ਡੈਫਿਸਿਟ ਚ ਆ ਜਾਂਦੇ ਹੋ, ਬਲਕਿ ਤੁਹਾਨੂੰ ਨੀਂਦ ਆਉਂਦੀ ਹੈ, ਊਂਘ ਆਉਣੀ ਸ਼ੁਰੂ ਹੋ ਜਾਂਦੀ ਮੀਟ ਖਾ ਕੇ, ਬੀਫ ਖਾਸ ਕਰ ਬੀਫ सुस्त हो जाती है। ਸੁਸਤ ਹੋ ਜਾਂਦੀ ਹੈ। इट मींस फाइनल ये हुआ कि अगर आपने एफसीआर अच्छी लेनी है, कोई अमाइनो एसिड ना यूज करें ਆਪਣੀ ਤਰਫੋਂ अपनी तरफ से। हाँ, फिनिशर फेज में यूज कर सकते हैं, वो मैं आपको तरीका बताऊंगा अभी थोड़ी देर के बाद। लेमनेस करती है, मतलब अगर हमने नहीं यूज की है फीड जो हम दे रहे हैं उसके उसमें इम्बैलेंस है अमाइनो एसिड्स अफेक्ट का, करते हैं या पुअर क्वालिटी ऑफ अमाइनो एसिड्स हाँ, फीड में यूज हुए। करते हैं। अच्छा, एंड पे लिखते जाएं, ये लिखते जाएं पॉइंट्स, बाद में डिस्कस। अच्छी FCR के लिए कोई हाँ, अच्छी एफसीआर, अच्छी एफसीआर के लिए बेटा आपने कोई अमाइनो एसिड एक्स्ट्रा यूज नहीं करना, स्पेशली फर्स्ट 2 वीक्स, स्पेशली फर्स्ट 2 वीक्स। हाँ, फर्स्ट 2 वीक्स में दूसरी चीज आपने लाजमी विटामिन बी कम्प्लेक्स यूज करना है फर्स्ट वीक, फर्स्ट डे से, क्योंकि आपने ड्रॉपिंग पे नजर रखनी, ड्रॉपिंग में वाइट पोर्शन ज्यादा नहीं आना चाहिए, यूरिक एसिड ज्यादा नहीं आना चाहिए थ्रू आउट द लाइफ स्टाइल, मिनिमाइज जितना हो सकता है वो रखें। should be 1/3। नो, इसका मुझे एग्जैक्ट आइडिया नहीं, लेकिन बहुत मिनिमम। नॉर्मल बिट हो गए। हाँ जी, हाँ। अच्छा, चूंकि मोस्टली हमारे फ्लॉक्स जो हैं साल्मोनेला पॉजिटिव हैं, साल्मोनेला की किसी ना किसी टाइप से, मोस्टली साल्मोनेला पॉजिटिव हैं, चाहे कोई नॉन मोटाइल टाइप है चाहे किसी में मोटाइल टाइप। बिल्कुल, इसकी टाइप्स बहुत ज्यादा हैं साल्मोनेला की। अच्छा, अब एक तो आपने ये करना है कि साल्मोनेला की ट्रीटमेंट हमें थ्रू आउट दी फ्लॉक थोड़ी थोड़ी प्रिवेंशन करनी पड़ेगी, जहां आप नजर आए ड्रॉपिंग में यूरिक एसिड ज्यादा, साल्मोनेला की ट्रीटमेंट करते हैं। अच्छा, अब साल्मोनेला की ट्रीटमेंट की बात आ गई, भी कौन सी की जाए, ये अलग बेटा लिख लें बाद में मुझे। अच्छा, अब आ गए हमें बी कम्प्लेक्स शुरू में क्यों यूज करना चाहिए, लाजमी यूज करना चाहिए। असल में होता यह है कि प्री स्टार्टर में दाना बनाना होता है बारीक, और उसकी कंसिस्टेंसी भी मेंटेन करनी होती है। फॉर दैट पर्पज हीट ट्रीटमेंट फीड मिल में ज़्यादा दी जाती है। उसका दाना प्रॉपर करने के लिए वहाँ हीट ट्रीटमेंट ज़्यादा दे देते हैं प्रोडक्शन में। बहुत सारे विटामिन जो हैं वो हीट सेंसिटिव होते हैं, वहाँ डिस्ट्रॉय हो जाती है। तो बर्ड को तो अपने सारी चीज़ें मेटाबोलाइज करने के लिए, स्टार्च मेटाबोलाइज करने के लिए, सारी मेटाबॉलिज्म पाथवे में आपने पढ़ा होगा, क्रब साइकिल, ये वो सारा सिलसिला, हर जगह पे कहीं पे विटामिन B1 चाहिए, कहीं पे B6 चाहिए, कहीं B12 चाहिए, ठीक है, वो डेफिशिएंसी आ जाती है बर्ड में। अच्छा, इस डेफिशिएंसी की अलामत क्या होती है? ਸਾਨੂੰ ਕਿਦਾਂ ਪਤਾ ਚੱਲੇਗਾ ਕਿ ਵਿਟਾਮਿਨ बी डेफिशिएंसी आ गई है। ਇਹ B ਕਹਿੰਦੇ ਪਏ ਜਾਂ B12 ਕਹਿੰਦੇ ਪਏ? बी कम्प्लेक्स में सारे ਜ਼ਿਆਦਾ ਇੰਪੋਰਟੈਂਟ B12 है। नहीं, सारी फोलिक एसिड बहुत इंपॉर्टेंट है, बायोटिन बहुत इंपॉर्टेंट है। हाँ, बायोटिन से जब बायोटिन डेफिशिएंसी आएगी ना, आपको स्लाइटली
लिवर जो होगा हाइपोग्लाइसीमिक नजर आएगा, हाइपोग्लाइसीमिया महसूस होगा बायोटिन डेफिशिएंसी से। खैर, अच्छा अब हमने देखना है ये यार ये विटामिन डेफिशिएंसी आई है कि नहीं आई। दो चीज़ों से, एक तो इकोलाई साल्मोनेला अगर नहीं है बर्ड के अंदर, फिर भी चूजे की जो लेग्स हैं नीचे से उनमें प्रॉपर शाइन नहीं है और प्रॉपर गोल नहीं है, उनमें ग्रूव बन रही है। जो बारीक हड्डी होती है उसको क्या कहते हैं, रेडियस अल्ना, रेडियस ना तो विंग्स वाली होती विंग्स वाली नीचे होती है। अच्छा, वो दो हड्डियों के दरमियान ना और टेंडन के दरमियान एक ग्रूव बन रही होती है, आपने देखा होगा। प्रॉपर गोल नहीं है इसमें। प्रॉपर गोल नहीं है, ग्रूव है उसमें, और उसमें शाइन भी नहीं है। फौरन तीन चीज़ों को फाइनल कर लें, या बर्ड में साल्मोनेला है सब क्लिनिकली, या इकोलाई है सब, या फिर विटामिन बी डेफिशिएंसी है। अब इसको डिफरेंशिएट करने के लिए कि क्या साल्मोनेला है या इकोलाई है या विटामिन बी कम्प्लेक्स की डेफिशिएंसी है। डिहाइड्रेशन आल्सो कॉल्स। डिहाइड्रेशन स्लाइड डिहाइड्रेशन होती रहती है, इसीलिए वो आपने पोस्टमार्टम करना है, पोस्टमार्टम में आपको पता चल ही जाएगा। सारे बर्ड का पोस्ट, जितने बर्ड मोर्टेलिटी है सारे की पोस्टमार्टम